एयर क्वालिटी इंडैक्स ਨੀਅਰ ਅਬਾਊਟ 130 140 ਜਾਂ 120 140 ਦੀ ਰੇਂਜ 'ਚ ਰਹਿੰਦਾ ਹੈ। ਪਰ ਜਦੋਂ ਹੀ ਦੀਵਾਲੀ ਆਉਂਦੀ ਹੈ ਜਾਂ ਜਦੋਂ ਆਪਣੇ ਆਪ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇੱਕਦਮ ਉਹ ਸ਼ੂਟ ਅਪ ਕਰਕੇ 180 170 ਤੱਕ ਪਹੁੰਚ ਜਾਂਦਾ ਹੈ। ਸੋ ਕਈ ਵਾਰੀ 200 ਤੱਕ ਵੀ ਰਾਤ ਨੂੰ ਜਦੋਂ ਆਪਾਂ ਦੇਖਦੇ ਹਾਂ ਕਿ ਉਹ ਵਧਿਆ ਹੁੰਦਾ ਹੈ। ਸੋ ਕਿਉਂਕਿ ਰਾਤ ਨੂੰ ਹੀ ਜ਼ਿਆਦਾ ਲੋਕੀ ਪਟਾਕੇ ਜਿਹੜੇ ਆ ਉਹ ਚਲਾਉਂਦੇ ਆ। ਸੋ ਇੰਨਾ ਜ਼ਿਆਦਾ ਜਿਹੜਾ ਰਾਈਜ਼ ਹੋਣਾ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੈ। ਕਿਸਾਨਾਂ ਨੂੰ ਕੁਝ ਹੱਦ ਤੱਕ ਉਹਨਾਂ ਨੂੰ ਆਪਣੇ ਆਪ ਹੀ ਜਿੰਨੀ ਦੇਰ ਤੱਕ ਉਹ ਅਵੇਅਰ ਨਹੀਂ ਹੁੰਦੇ ਕਿ ਹਾਂ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈਗਾ ਜਾਂ ਸਾਡੇ ਐਡੇ ਐਡੇ ਵੱਡੇ ਜਿਹੜੇ ਦਰਖਤ ਉਹਨਾਂ ਦੇ ਸੜ ਜਾਂਦੇ ਆ ਹੈ ਨਾ, ਫਿਰ ਉਸ ਤੋਂ ਬਾਅਦ ਫਸਲਾਂ ਨੂੰ ਵੀ ਕਈ ਵਾਰੀ ਨੁਕਸਾਨ ਹੋ ਜਾਂਦਾ ਹੈ। ਲਗਾਤਾਰ ਵਧ ਰਹੇ 에ਅਰ ਪੋਲਿਊਸ਼ਨ ਦੇ ਚੱਲਦਿਆਂ ਜਿੱਥੇ ਲੋਕਾਂ ਨੂੰ ਅੱਖਾਂ 'ਚ ਜਲਨ ਅਤੇ ਪ੍ਰਦੂਸ਼ਣ ਵਾਤਾਵਰਣ 'ਚ ਸਾਹ ਦੀ ਦਿੱਕਤ ਆ ਰਹੀ ਹੈ ਤਾਂ ਇਸ ਨੂੰ ਲੈ ਕੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਦੀ ਵਜ੍ਹਾ ਦੀਵਾਲੀ ਦੇ ਪਟਾਕੇ ਅਤੇ ਪਰਾਲੀ ਜਲਾਉਣਾ ਦੱਸਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦਾਅਵਾ ਕੀਤਾ ਕਿ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਨਾਲ ਜਿੱਥੇ 에ਅਰ ਇੰਡੈਕਸ ਕੁਆਲਿਟੀ ਦੇ ਵਿੱਚ ਵਾਧਾ ਹੋਇਆ ਹੈ ਤਾਂ ਉੱਥੇ ਪਿਛਲੇ ਦਿਨਾਂ ਨਾਲੋਂ ਇਸ ਵਾਰ ਪ੍ਰਦੂਸ਼ਣ ਵੀ ਵੱਧ ਦੇਖਣ ਨੂੰ ਮਿਲਿਆ। ਉਹਨਾਂ ਕਿਹਾ ਕਿ ਜਿੱਥੇ ਅਕਤੂਬਰ ਦੇ ਮਹੀਨੇ 'ਚ ਆ ਕੇ ਦੀਵਾਲੀ ਤੇ ਲੋਕ ਪਟਾਕੇ ਚਲਾਉਂਦੇ ਨੇ ਅਤੇ ਕਿਸਾਨ ਵੀ ਪਰਾਲੀ ਨੂੰ ਅੱਗ ਲਗਾਉਂਦੇ ਨੇ ਜਿਸ ਕਾਰਨ ਪ੍ਰਦੂਸ਼ਣ 'ਚ ਵਾਧਾ ਹੁੰਦਾ ਹੈ ਅਤੇ ਇਹ ਸਿਹਤ ਲਈ ਹਾਨੀਕਾਰਕ ਹੈ ਅਤੇ ਮਨੁੱਖੀ ਜਨਜੀਵਨ ਤੇ ਪਸ਼ੂਆਂ ਤੋਂ ਇਲਾਵਾ ਜਾਨਵਰਾਂ ਤੇ ਵੀ ਕਾਫੀ ਅਸਰ ਪਿਆ ਹੈ। ਉਹਨਾਂ ਕਿਹਾ ਕਿ 4 ਤੋਂ 5 ਦਿਨਾਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਤੁਹਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਹੋਣ ਦੇ ਨਾਤੇ ਕਿਸ ਤਰੀਕੇ ਦੇ ਨਾਲ ਹਾਂਜੀ, ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਆਉਂਦੇ ਆ ਤਾਂ ਆਪਾਂ ਨੂੰ ਅਕਸਰ ਹੀ ਇਹ ਜਿਹੜੀ ਸਮੌਗ ਦੀ ਸਿਚੁਏਸ਼ਨ ਬਣ ਜਾਂਦੀ ਹੈ ਉਹਦੇ ਨਾਲ ਸਾਨੂੰ ਜੂਝਣਾ ਪੈਂਦਾ ਕਿਉਂਕਿ ਅਕਤੂਬਰ ਨਵੰਬਰ ਦੇ ਵਿੱਚ ਮੌਨਸੂਨ ਤੋਂ ਬਾਅਦ ਜਿਹੜਾ ਹਿਊਮਿਡਿਟੀ ਲੈਵਲ ਆ ਉਹ ਵੀ ਕਾਫੀ ਹਵਾ ਦੇ ਵਿੱਚ ਹੁੰਦਾ। ਮੋਇਸਚਰ ਕੰਟੈਂਟ ਹਵਾ ਦੇ ਵਿੱਚ ਹੋਣ ਕਰਕੇ ਜਿਹੜੀ ਨਮੀ ਹੈ ਉਹਦੀ ਉਹ ਵੱਧ ਜਾਂਦੀ ਹੈ ਔਰ ਜਦੋਂ ਹੁਣ ਟੈਂਪਰੇਚਰ ਜਿਸ ਤਰ੍ਹਾਂ ਕਿ ਰਾਤ ਦਾ ਤਾਪਮਾਨ ਜਿਹੜਾ ਉਹ ਨੋਰਮਲ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਚੱਲ ਰਿਹਾ ਹੈ ਔਰ ਨਮੀ ਵੀ ਜ਼ਿਆਦਾ ਹੈਗੀ ਹੈ ਨੋਰਮਲ ਨਾਲੋਂ 90% ਦੇ ਨੀਅਰ ਅਬਾਊਟ ਜਿਹੜੀ ਸਵੇਰ ਦੀ ਨਮੀ ਹੁੰਦੀ ਹੈ ਅਤੇ ਰਾਤ ਦਾ ਟੈਂਪਰੇਚਰ ਵੀ ਸਾਡਾ 16-17 ਡਿਗਰੀ ਦੇ ਨੀਅਰ ਅਬਾਊਟ ਚੱਲ ਰਿਹਾ। ਸੋ ਜਦੋਂ ਇਹੋ ਜਿਹੀਆਂ ਕੰਡੀਸ਼ਨਸ ਹੁੰਦੀਆਂ ਨੇ ਕਿ ਉੱਧਰੋਂ ਨਮੀ ਜ਼ਿਆਦਾ ਹੈ ਉੱਧਰੋਂ ਰਾਤ ਦਾ ਟੈਂਪਰੇਚਰ ਜ਼ਿਆਦਾ ਹੈ ਤਾਂ ਜਦੋਂ ਵੀ ਜਿਹੜੇ ਇੰਟੈਂਗਲ ਪਾਰਟੀਕਲਸ ਨੇ ਹਵਾ ਦੇ ਵਿੱਚ ਉਹ ਇਹਨਾਂ ਦੇ ਨਮੀ ਦੇ ਨਾਲ ਮਿਲ ਕੇ ਇੱਕ ਤਰ੍ਹਾਂ ਦੀ ਲੇਅਰ 'ਚ ਬਣਾ ਦਿੰਦੇ ਜਿਹਨੂੰ ਕਿ ਆਪਾਂ ਸਮੌਗ ਦਾ ਕਹਿੰਦੇ ਹਾਂ। ਸੋ ਅੱਜ ਕੱਲ੍ਹ ਵੀ ਪੰਜਾਬ ਦੇ ਵਿੱਚ ਕਿਤੇ ਕਿਤੇ ਆਪਾਂ ਦੇਖ ਰਹੇ ਹਾਂ ਕਿ ਇਹਦੀ ਸਮੱਸਿਆ ਜਿਹੜੀ ਆ ਉਹ ਆ ਰਹੀ ਹੈ ਔਰ ਉਹਦਾ ਮੁੱਖ ਕਾਰਨ ਇਹੀ ਹੁੰਦਾ ਹੈ ਕਿ ਜਿਵੇਂ ਕਿ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਤਾਂ ਉਹਦੇ ਨਾਲ ਜਿਹੜੇ ਵੀ ਉਹਦੇ 'ਚੋਂ ਧੂਏ 'ਚੋਂ ਮਤਲਬ ਪਾਰਟੀਕਲਸ ਨਿਕਲਦੇ ਨੇ ਜੋ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਨੇ ਉਹ ਸਾਰੀਆਂ ਜਿਹੜੀਆਂ ਵਾਤਾਵਰਨ ਦੇ ਵਿੱਚ ਆਪਣਾ ਜਿਹੜਾ ਉਹ ਮਤਲਬ ਪ੍ਰਦੂਸ਼ਣ ਫੈਲਾ ਦਿੰਦੀਆਂ ਨੇ ਹੈ ਨਾ। ਤਾਂ ਦੂਜੀ ਗੱਲ ਆਪਣੇ ਕੋਲ ਹੈਗੀ ਹੈ ਕਿ ਦੀਵਾਲੀ ਦਾ ਤਿਉਹਾਰ ਜਿਵੇਂ ਹੁਣੇ ਨਿਕਲ ਕੇ ਗਿਆ ਸੋ ਇਹਨਾਂ ਮਹੀਨਿਆਂ ਦੇ ਵਿੱਚ ਦੁਸਹਿਰਾ ਦੀਵਾਲੀ ਜਦੋਂ ਆਉਂਦਾ ਦੁਸਹਿਰੇ ਵੇਲੇ ਵੀ ਬਹੁਤ ਜ਼ਿਆਦਾ ਪੋਲਿਊਸ਼ਨ ਵੱਧ ਜਾਂਦਾ ਲੈਵਲ ਔਰ ਦੀਵਾਲੀ ਵੇਲੇ ਵੀ ਇਸ ਤਰ੍ਹਾਂ ਹੁੰਦਾ ਕਿਉਂਕਿ ਜਿਹੜੇ ਪਟਾਕੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਇੰਨੇ ਜ਼ਿਆਦਾ ਡੇਂਜਰਸ ਜਿਹੜੇ ਪਾਰਟੀਕਲਸ ਨਿਕਲਦੇ ਆ ਇੰਨੀਆਂ ਜ਼ਿਆਦਾ ਗੈਸਾਂ ਨਿਕਲਦੀਆਂ ਉਹ ਵੀ ਸਾਰੀਆਂ ਜਿਹੜੀਆਂ ਇਨਵਾਇਰਮੈਂਟ ਨੂੰ ਪਲੀਟ ਕਰਦੀਆਂ ਨੇ। ਸੋ ਜੇ ਆਪਾਂ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰਦੇ ਹਾਂ ਤਾਂ ਸਾਡਾ ਜੇ ਦੁਸਹਿਰਾ ਦੀਵਾਲੀ ਤੋਂ ਪਹਿਲਾਂ ਕਾਫੀ ਹੱਦ ਤੱਕ ਜਿਹੜਾ 에ਅਰ ਕੁਆਲਿਟੀ ਇੰਡੈਕਸ ਨੀਅਰ ਅਬਾਊਟ 130 140 ਜਾਂ 120 140 ਦੀ ਰੇਂਜ 'ਚ ਰਹਿੰਦਾ ਹੈ। ਪਰ ਜਦੋਂ ਹੀ ਦੀਵਾਲੀ ਆਉਂਦੀ ਹੈ ਜਾਂ ਜਦੋਂ ਆਪਣੇ ਆਪ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇੱਕਦਮ ਉਹ ਸ਼ੂਟ ਅਪ ਕਰਕੇ 180 170 ਤੱਕ ਪਹੁੰਚ ਜਾਂਦਾ ਹੈ। ਸੋ ਕਈ ਵਾਰੀ 200 ਤੱਕ ਵੀ ਰਾਤ ਨੂੰ ਜਦੋਂ ਆਪਾਂ ਦੇਖਦੇ ਹਾਂ ਕਿ ਉਹ ਵਧਿਆ ਹੁੰਦਾ ਹੈ। ਸੋ ਕਿਉਂਕਿ ਰਾਤ ਨੂੰ ਹੀ ਜ਼ਿਆਦਾ ਲੋਕੀ ਪਟਾਕੇ ਜਿਹੜੇ ਆ ਉਹ ਚਲਾਉਂਦੇ ਆ। ਸੋ ਇੰਨਾ ਜ਼ਿਆਦਾ ਜਿਹੜਾ ਰਾਈਜ਼ ਹੋਣਾ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੈ। ਹਰ ਲੈਵਲ 'ਤੇ ਉਹਦਾ ਜਿਹੜਾ ਨੁਕਸਾਨ ਉਹ ਦੇਖਿਆ ਜਾ ਸਕਦਾ ਜਿਵੇਂ ਸਾਡੀ ਸਿਹਤ ਨੂੰ ਵੀ ਉਹਦਾ ਬਹੁਤ ਨੁਕਸਾਨ ਹੈ। ਲੋਕਾਂ ਦੀਆਂ ਅੱਖਾਂ ਦੇ ਵਿੱਚ ਇਰੀਟੇਸ਼ਨ ਹੁੰਦੀ ਹੈ, ਪਾਣੀ ਆਉਂਦਾ ਹੈ ਜਾਂ ਸਾਹ ਲੈਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਫਿਰ ਲੰਗਸ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਅਤੇ ਕਈ ਵਾਰੀ ਸਾਨੂੰ ਸਕਿਨ ਦੀਆਂ ਵੀ ਪ੍ਰੋਬਲਮਸ ਇਹਦੇ ਨਾਲ ਹੋ ਜਾਂਦੀਆਂ ਨੇ। ਸੋ ਜੇ ਇਨਸਾਨਾਂ 'ਤੇ ਇਹਦਾ ਇਫੈਕਟ ਹੈਗਾ ਅਤੇ ਇਹਨਾਂ ਨਾਲ ਜਾਨਵਰਾਂ 'ਤੇ ਵੀ ਉਨਾ ਇਫੈਕਟ ਹੈ। ਫਿਰ ਸਾਡੀ ਜਦੋਂ ਇੰਨਾ ਜ਼ਿਆਦਾ ਪੋਲਿਊਸ਼ਨ ਵੱਧਦਾ ਹੈ ਜਾਂ ਜਿਹੜੀਆਂ ਗੈਸਿਸ ਨੇ ਉਹ ਹਵਾ ਦੇ ਵਿੱਚ ਇਨਵਾਇਰਮੈਂਟ ਦੇ ਵਿੱਚ ਹੁੰਦੀਆਂ ਤਾਂ ਸਾਡੀਆਂ ਫਸਲਾਂ 'ਤੇ ਵੀ ਉਹਦਾ ਇਫੈਕਟ ਆਉਂਦਾ ਹੈ। ਜਿਸ ਤਰ੍ਹਾਂ ਹੁਣ ਇਸ ਐਤਕੀ ਦੇਖਿਆ ਕਿ ਆਪਣੇ ਬਾਰਿਸ਼ ਲੇਟ ਹੋਈ ਹੈ ਤਾਂ ਸਾਡੀ ਜਿਹੜੀ ਝੋਨੇ ਦੀ ਵਾਢੀ ਆ ਉਹ ਵੀ ਲੇਟ ਹੋ ਗਈ ਹੈ। ਸੋ ਅੱਗੋਂ ਜਿਹੜਾ ਝੋਨੇ ਦੀ ਵਾਢੀ ਲੇਟ ਹੋਣੀ ਹੈ ਤਾਂ ਕਣਕ ਦੀ ਬਿਜਾਈ 'ਤੇ ਵੀ ਉਹਦਾ ਅਸਰ ਆਉਣਾ। ਸੋ ਇਹ ਹੌਲੀ ਹੌਲੀ ਜਿਹੜਾ ਇੱਕ ਦੂਜੇ ਜਿਹੜਾ ਕ੍ਰੋਪਿੰਗ ਪੈਟਰਨ ਹੈ ਉਹਦੇ 'ਤੇ ਸਾਰੇ 'ਤੇ ਜ਼ਿਆਦਾ ਇਹਦਾ ਇਫੈਕਟ ਆਉਂਦਾ। ਸੋ ਇਹ ਜਿਹੜੀਆਂ ਚੀਜ਼ਾਂ ਸਾਨੂੰ ਇਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਪਰਾਲੀ ਨੂੰ
ਯੂਨੀਵਰਸਿਟੀ ਵੱਲੋਂ ਇੰਨੀਆਂ ਜ਼ਿਆਦਾ ਮਤਲਬ ਕਿ ਮਸ਼ੀਨਾਂ ਡਿਵੈਲਪ ਕੀਤੀਆਂ ਗਈਆਂ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਹੋਰ ਬਹੁਤ ਸਾਰੇ ਸਾਧਨ ਨੇ ਜਿੱਥੇ ਆਪਾਂ ਪਰਾਲੀ ਦੀ ਸਾਂਭ ਸੰਭਾਲ ਕਰ ਸਕਦੇ ਹਾਂ। ਸੋ ਪਰਾਲੀ ਨੂੰ ਜ਼ਰੂਰ ਸੰਭਾਲਿਆ ਜਾਏ, ਉਹਨੂੰ ਜਲਾਇਆ ਨਾ ਜਾਏ, ਖੇਤ ਵਿੱਚ ਹੀ ਵਾਹਿਆ ਜਾਏ, ਜਾਂ ਉਹਨੂੰ ਪਰਾਲੀ ਦੇ ਆਪਾਂ ਹੋਰ ਕਿੰਨੇ ਢੰਗਾਂ ਜਿਹੜੇ ਹੈਗੇ ਜਿੱਥੇ ਆਪਾਂ ਨੂੰ ਵਰਤ ਸਕਦੇ ਹੈਗੇ ਆ। ਮੈਮ ਕਿਤੇ ਨਾ ਕਿਤੇ ਇਹ ਵੀ ਹੈ ਕਿ ਪਰਾਲੀ ਜਲਾਉਣ ਦੇ ਨਾਲ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਖਾਂ ਦੇ ਵਿੱਚ ਜਿਹੜਾ ਮਹਿਸੂਸ ਹੋਣਾ, ਔਰ ਇਸ ਤੋਂ ਇਲਾਵਾ ਵਾਤਾਵਰਨ ਜਿਹੜਾ ਪ੍ਰਦੂਸ਼ਿਤ ਹੋਣਾ, 에ਅਰ ਇੰਡੈਕਸ ਕੁਆਲਿਟੀ ਜਿਹੜੀ ਹੈ ਤੁਸੀਂ ਜ਼ਿਕਰ ਕੀਤਾ ਸੀਗਾ, ਕੀ ਲੱਗਦਾ ਪਿਛਲੇ ਸਾਲ ਦੀ ਤੇ ਇਸ ਸਾਲ ਦੀ ਕੁਝ ਫਰਕ ਨਜ਼ਰ ਆ ਰਿਹਾ? ਦੇਖੋ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਹੁੰਦਾ ਹੈ ਉਹ ਤਾਂ ਆਲਮੋਸਟ ਮਤਲਬ ਵੱਧ ਹੀ ਜਾਂਦਾ, ਪਰ ਜੇ ਆਪਾਂ ਕਰੋਨਾ ਕਾਲ ਦੀ ਗੱਲ ਕਰਦੇ ਹਾਂ ਤਾਂ ਉਦੋਂ ਸਾਡੇ ਕੋਲ ਬਹੁਤ ਜ਼ਿਆਦਾ ਇੰਪਰੂਵਮੈਂਟ ਸੀਗੀ, ਕਿਉਂਕਿ 에ਅਰ ਕੁਆਲਿਟੀ ਇੰਡੈਕਸ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਸਿਰਫ 40-50 ਤੱਕ ਹੀ ਰਹਿੰਦਾ ਸੀਗਾ, ਕਿਉਂਕਿ ਉਦੋਂ ਮਤਲਬ ਕੋਈ ਵੀ ਜਿਹੜਾ ਵਾਤਾਵਰਨ ਦੇ ਵਿੱਚ ਪੋਲਿਊਸ਼ਨ ਨਹੀਂ ਸੀਗਾ, ਨਾ ਕੋਈ ਗੱਡੀਆਂ ਦਾ ਧੂੰਆਂ, ਨਾ ਕੋਈ ਏਸੀ ਦਾ ਉਹ ਧੂੰਆਂ, ਅਤੇ ਨਾ ਕੋਈ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਆਪਾਂ ਕੋਈ ਮਤਲਬ ਜਲਾਇਆ ਜਾਂਦਾ ਸੀ, ਕੋਈ ਪਰਾਲੀ ਨੂੰ ਕਿਸੇ ਨੂੰ ਅੱਗ ਨਹੀਂ ਲਗਾਈ ਜਾਂਦੀ ਸੀ, ਨਾ ਕਣਕ ਦੇ ਨਾੜ ਨੂੰ ਕਿਸੇ ਨੇ ਅੱਗ ਲਗਾਈ ਸੀ, ਕਿਉਂਕਿ ਕਾਫੀ ਲੋਕ ਡਰ ਗਏ ਸੀ ਔਰ ਘਰਾਂ 'ਚ ਬੈਠੇ ਸੀਗੇ। ਅਤੇ ਬਿਲਕੁਲ ਹਾਂਜੀ, ਇਹਨਾਂ ਚੀਜ਼ਾਂ ਦਾ ਸਾਡੀ ਸਿਹਤ 'ਤੇ ਉਦੋਂ ਮਤਲਬ ਸਾਨੂੰ ਇੱਕ ਲੋਕਾਂ ਨੂੰ ਡਰ ਸੀਗਾ ਕਿ ਜਿਹੜਾ ਕਰੋਨਾ ਹੈਗਾ ਉਹ ਲੰਗਸ 'ਤੇ ਇਫੈਕਟ ਕਰੇਗਾ, ਇਸ ਕਰਕੇ ਵੀ ਇਹਨੂੰ ਅਵੋਇਡ ਕੀਤਾ ਜਾਂਦਾ ਸੀਗਾ। ਸੋ ਉਦੋਂ ਸਾਡੇ ਕੋਲ ਕਾਫੀ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਇੰਪਰੂਵਮੈਂਟ ਹੋਈ ਸੀ। ਸੋ ਆਪਾਂ ਕੰਪੈਰੀਜ਼ਨ ਕਰ ਸਕਦੇ ਹਾਂ ਕਿ ਅਗਰ ਇਹ ਧੂੰਆਂ ਨਾ ਹੋਵੇ ਇਨਵਾਇਰਮੈਂਟ ਦੇ ਵਿੱਚ ਤਾਂ ਅਸੀਂ ਕਿੰਨਾ ਸੌਖਾ ਸਾਹ ਲੈ ਸਕਦੇ ਹਾਂ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਲਗਾਤਾਰ ਕਿਸਾਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ, ਪਰ ਇਸ ਵਾਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਹੈਪੀ ਸੀਡਰ ਮਸ਼ੀਨਾਂ, ਰੋਟਾਵੇਟਰ ਮਸ਼ੀਨਾਂ ਦਿੱਤੀਆਂ ਗਈਆਂ ਨੇ, ਪਰ ਫਿਰ ਵੀ 850 ਦੇ ਕਰੀਬ ਮਾਮਲੇ ਲੁਧਿਆਣਾ 'ਚ ਸਾਹਮਣੇ ਆਏ ਨੇ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਕਈ ਮਾਮਲੇ ਸਾਹਮਣੇ ਆਏ। ਹਾਂਜੀ ਬਿਲਕੁਲ, ਆਪਾਂ ਇਹ ਤਾਂ ਕਹਿ ਰਹੇ ਹਾਂ ਕਿ ਜਿਹੜੇ ਫਾਇਰ ਇਵੈਂਟਸ ਨੇ ਉਹ ਪਿਛਲੇ ਸਾਲ ਨਾਲੋਂ ਐਤਕੀ ਜ਼ਿਆਦਾ ਹੈਗੇ ਆ, ਅਤੇ ਹਾਲਾਂਕਿ ਇੰਨੀ ਅਵੇਅਰਨੈਸ ਦੇ ਬਾਵਜੂਦ ਵੀ ਮਤਲਬ ਇੰਨੇ ਜਿਹੜੇ ਇਵੈਂਟਸ ਰਿਕਾਰਡ ਹੋਣੇ ਉਹ ਬਹੁਤ ਸਾਡੇ ਲਈ ਮੰਦਭਾਗਾ ਹੈਗਾ ਕਿ ਅਗਰ ਆਪਾਂ ਇੰਨਾ ਅਵੇਅਰ ਵੀ ਕਰ ਰਹੇ ਹਾਂ ਕਿ ਇਹਦੇ ਇੰਨੇ ਨੁਕਸਾਨ ਹੈ, ਫਿਰ ਇੰਨੀਆਂ ਚੀਜ਼ਾਂ ਅਸੀਂ ਪ੍ਰੋਵਾਈਡ ਵੀ ਕਰ ਰਹੇ ਹੈਗੇ ਆ। ਯੂਨੀਵਰਸਿਟੀ ਵੱਲੋਂ ਜਿਹੜੀਆਂ ਮਸ਼ੀਨਾਂ ਦੀ ਨਵੀਂ ਖੋਜ ਕੀਤੀ ਜਾਂਦੀ ਹੈ, ਨਵਾਂ ਪਰਾਲੀ ਨੂੰ ਸਾਂਭ ਸੰਭਾਲ ਦੇ ਢੰਗ ਦੱਸੇ ਜਾਂਦੇ ਆ, ਪਰ ਫਿਰ ਵੀ ਕਿਸਾਨਾਂ ਨੂੰ ਕੁਛ ਹੱਦ ਤੱਕ ਉਹਨਾਂ ਨੂੰ ਆਪਣੇ ਆਪ ਹੀ ਜਿੰਨੀ ਦੇਰ ਤੱਕ ਉਹ ਅਵੇਅਰ ਨਹੀਂ ਹੁੰਦੇ ਕਿ ਹਾਂ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈਗਾ ਆ, ਸਾਡੇ ਐਡੇ ਵੱਡੇ ਜਿਹੜੇ ਦਰੱਖਤ ਉਹਨਾਂ ਦੇ ਸੜ ਜਾਂਦੇ ਆ, ਹੈ ਨਾ, ਫਿਰ ਉਸ ਤੋਂ ਬਾਅਦ ਫਸਲਾਂ ਨੂੰ ਵੀ ਕਈ ਵਾਰੀ ਨੁਕਸਾਨ ਹੋ ਜਾਂਦਾ। ਸੋ ਬਾਕੀ ਇਹ ਹੈ ਕਿ ਮਤਲਬ ਕਿਸਾਨ ਵੀਰਾਂ ਨੂੰ ਇਹ ਵੀ ਚਾਹੀਦਾ ਕਿ ਜੇ ਕਿਤੇ ਉਹਨਾਂ ਨੂੰ ਲੱਗ ਰਿਹਾ ਹੈ ਤਾਂ ਉਹ ਸੁਸਾਇਟੀਜ਼ ਨੂੰ ਅਪਰੋਚ ਕਰਨ, ਸੁਸਾਇਟੀਜ਼ ਨੂੰ ਜਾਂ ਆਪਣੀ ਜਿਹੜੀਆਂ ਐਪਸ ਬਣਾਈਆਂ ਗਈਆਂ ਪੰਜਾਬ ਸਰਕਾਰ ਵੱਲੋਂ ਉਹਦੇ 'ਤੇ ਆਪਣਾ ਮਤਲਬ ਐਂਟਰੀ ਕਰਨ, ਤਾਂ ਕਿ ਜੇ ਮਸ਼ੀਨ ਉਹਨਾਂ ਨੂੰ ਚਾਹੀਦੀ ਹੈ ਤਾਂ ਉਹਨਾਂ ਤੱਕ ਪਹੁੰਚ ਸਕੇ। ਹੋ ਸਕਦਾ ਹੈ ਕਿ ਉਹਨਾਂ ਨੂੰ ਕਿਸੇ ਨਹੀਂ ਮਿਲ ਰਹੀਆਂ ਮਸ਼ੀਨਾਂ ਜਾਂ ਇਸ ਕਰਕੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ, ਪਰ ਉਹਦਾ ਕੋਈ ਹੱਲ ਕੱਢਿਆ ਜਾਵੇ। ਇਹ ਨਹੀਂ ਹੈ ਕਿ ਆਪਾਂ ਉਹਨੂੰ ਪਰਾਲੀ ਨੂੰ ਅੱਗ ਲਾ ਕੇ ਫਟਾਫਟ ਸਾਰਾ ਜਿਹੜਾ ਜੀਵ ਜੰਤੂਆਂ ਨੂੰ ਵੀ ਨਸ਼ਟ ਕਰੀਏ, ਜਿਹੜੀ ਸਾਡੀ ਸੋਇਲ ਦੀ ਫਰਟੀਲਿਟੀ ਆ ਉਹਨੂੰ ਵੀ ਖਰਾਬ ਕਰੀਏ। ਸੋ ਬੈਟਰ ਇਹ ਹੈਗਾ ਕਿ ਆਪਾਂ ਉਹਦਾ ਕੋਈ ਵੇ ਆਊਟ ਲੱਭੀਏ, ਉਹਦਾ ਕੋਈ ਹੱਲ ਹੋਏ। ਹੁਣ ਮੌਸਮ 'ਚ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜੀ? ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਹਲੇ ਖੁਸ਼ਕੀ ਰਹਿਣ ਦੀ ਸੰਭਾਵਨਾ ਹੈਗੀ ਹੈ। ਸੋ ਜਿੰਨੀ ਦੇਰ ਤੱਕ ਬਾਰਿਸ਼ ਨਹੀਂ ਹੁੰਦੀ ਉਨੀ ਦੇਰ ਤੱਕ ਆਪਾਂ ਇਹਨੂੰ ਪੂਰੀ ਤਰ੍ਹਾਂ ਜਿਹੜਾ ਸੈਟਲ ਵੀ ਨਹੀਂ ਹੋ ਸਕਦਾ ਧੂੰਆਂ, ਬਟ ਇਹ ਹੈ ਕਿ ਸਾਨੂੰ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਤਰ੍ਹਾਂ ਇਹਨੂੰ ਠੱਲ ਪਾਈ ਜਾਏ ਤਾਂ ਕਿ ਜਿਹੜਾ ਇੰਨਾ ਪਲੀਤ ਹੋ ਚੁੱਕਿਆ ਇਨਵਾਇਰਮੈਂਟ ਹੈਗਾ ਜਾਂ ਵਾਤਾਵਰਨ ਹੈਗਾ ਉਹਨੂੰ ਆਪਾਂ ਬਚਾ ਸਕੀਏ। ਉਧਰ ਇਸ ਸਬੰਧ 'ਚ ਜਦੋਂ ਮੁੱਖ ਖੇਤੀਬਾੜੀ ਅਫਸਰ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹੁਣ ਤੱਕ 658 ਮਾਮਲੇ ਪਰਾਲੀ ਜਲਾਉਣ ਦੇ ਸਾਹਮਣੇ ਆਏ ਨੇ ਅਤੇ ਇਸ ਦੇ ਲਈ ਕਿਸਾਨਾਂ ਨੂੰ ਰੈੱਡ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਤੇ 1,92,000 ਰੁਪਇਆ ਜੁਰਮਾਨਾ ਹੋਵੇਗਾ। ਨਾਲ ਹੀ ਉਹਨਾਂ ਕਿਹਾ ਕਿ ਟੀਮਾਂ ਦਾ ਵੀ ਗਠਨ ਕੀਤਾ ਗਿਆ ਜੋ ਵੀ ਇਸ ਦੀ ਦੇਖਰੇਖ ਕਰ ਰਹੇ ਨੇ। ਨਾਲ ਹੀ ਉਹਨਾਂ ਹੈਪੀ ਸੀਡਰ ਅਤੇ ਰੋਟਾਵੇਟਰ ਮਸ਼ੀਨਾਂ ਨੂੰ ਲੈ ਕੇ ਵੀ ਕਿਹਾ ਕਿ 850 ਦੇ ਕਰੀਬ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਅਤੇ ਹੁਣ ਤੱਕ ਲੁਧਿਆਣਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਕਿਸਾਨਾਂ ਨੂੰ 1800 ਦੇ ਕਰੀਬ ਮਸ਼ੀਨਾਂ ਦਿੱਤੀਆਂ ਗਈਆਂ ਨੇ ਅਤੇ ਹੋਰ ਵੀ ਦਿੱਤੀਆਂ ਜਾਣਗੀਆਂ। ਹਾਂਜੀ ਸਰ, ਲਗਾਤਾਰ 에ਅਰ ਇੰਡੈਕਸ ਕੁਆਲਿਟੀ ਦੇ ਵਿੱਚ ਵਾਧਾ ਹੋ ਰਿਹਾ, ਪਰਾਲੀ ਦੇ ਹੁਣ ਤੱਕ ਕਿੰਨੇ ਕੁ ਮਾਮਲੇ ਸਾਹਮਣੇ ਆਏ ਨੇ, ਔਰ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਣ ਤੱਕ ਤੁਹਾਡੇ ਵੱਲੋਂ ਕਿਸ ਤਰੀਕੇ ਦਾ ਐਕਸ਼ਨ ਜਿਹੜਾ ਲਿਆ ਜਾ ਰਿਹਾ, ਕਿਉਂਕਿ ਕੁਝ ਅਫਸਰਾਂ ਦਾ ਵੀ ਜ਼ਿਕਰ ਆ ਰਿਹਾ, ਕੁਝ ਅਫਸਰਾਂ ਦੀ ਵੀ ਗਾਜਗਰੀ ਹੈ। ਦੇਖੋ ਹੁਣ ਤੱਕ 658 ਅੱਜ ਦੀ, ਪਹਿਲਾਂ ਸਾਡੇ ਮਾਮਲੇ ਬਹੁਤ ਘੱਟ ਸੀਗੇ, ਆ ਪਿਛਲੇ 2 ਦਿਨ ਦੇ ਵਿੱਚ ਥੋੜ੍ਹੇ ਮਾਮਲੇ ਵੱਧ ਗਏ ਨੇ, 658 ਮਾਮਲੇ ਆ ਚੁੱਕੇ ਨੇ ਅਤੇ ਇਹਦੇ ਲਈ ਸਾਰੀਆਂ ਟੀਮਾਂ ਫਿਰ ਰਹੀਆਂ ਨੇ ਅਤੇ 1,92,000 ਰੁਪਈਆ ਅਸੀਂ ਜਿਹੜਾ ਜੁਰਮਾਨਾ ਵੀ ਇੰਪੋਜ਼ ਕਰ ਦਿੱਤਾ ਵਾ। ਰੈੱਡ ਐਂਟਰੀਆਂ ਹੋ ਰਹੀਆਂ ਨੇ ਇਹਦੇ ਲਈ ਅਤੇ ਕਾਫੀ ਭੱਜ ਦੌੜ ਕਰ ਰਹੇ ਹਾਂ। ਲੋਕਾਂ ਨੂੰ ਹੁਣ ਵੀ ਅਸੀਂ ਮੋਟੀਵੇਟ ਲਈ ਸਾਰੇ ਟੀਮਾਂ ਕਹੀਆਂ ਹੋਈਆਂ ਨੇ ਅਤੇ ਵੀ ਅੱਗ ਨਾ ਲਾਵੋ, ਪਰ ਇਹ 2 ਦਿਨ ਦੇ ਵਿੱਚ ਲੋਕਾਂ ਨੇ ਪਤਾ ਨਹੀਂ ਕਿਸ ਤਰ੍ਹਾਂ 2 ਦਿਨਾਂ ਵਿੱਚ ਥੋੜ੍ਹਾ ਇਨਕਰੀਜ਼ ਹੋਇਆ ਵਾ।
ਇਸ ਤੋਂ ਇਲਾਵਾ ਅਫਸਰਾਂ ਤੇ ਗਾਜ ਵੀ ਗਈ। ਹਾਂ, ਕੁਛ ਸੰਗਰੂਰ, ਤਰਨ ਤਾਰਨ ਤੇ ਪਟਿਆਲੇ ਵਿੱਚ 1-2 ਅਫਸਰਾਂ ਦੇ ਉੱਤੇ ਐਕਸ਼ਨ ਹੋਇਆ ਵਾ। ਹਾਂਜੀ, ਪੋਲਿਊਸ਼ਨ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਕਿੰਨਾ ਪੋਲਿਊਸ਼ਨ ਅਗਰ ਗੱਲ ਕਰੀਏ ਤਾਂ ਆਪ ਹੋਇਆ, ਸਾਹ ਲੈਣ ਦੀ ਵੀ ਦਿੱਕਤ ਆ ਰਹੀ ਹੈ ਕਿਤੇ ਨਾ ਕਿਤੇ ਸੰਬੰਧ ਜਿਹੜਾ ਪੋਲਿਊਸ਼ਨ ਥੋੜ੍ਹਾ ਜਿਹਾ ਨਾ, ਇੱਕ ਤਾਂ ਠੰਡ ਥੋੜ੍ਹੀ ਜਿਹੀ ਰਾਤ ਨੂੰ ਟੈਂਪਰੇਚਰ ਡਾਊਨ ਹੋ ਗਿਆ ਤੇ ਇੱਕ ਥੋੜ੍ਹਾ ਜਿਹਾ ਉੱਤੇ ਨਾ ਕੱਲ੍ਹ ਬੱਦਲ ਵਾਲੀ ਥੋੜ੍ਹੀ ਜਿਹੀ ਮੌਸਮ ਹੋ ਗਈ ਸੀ, ਉਹਦੇ ਕਰਕੇ ਨਾ ਜਿਹੜਾ ਧੂੰਆਂ ਸੀ ਉੱਪਰ ਨਹੀਂ ਜਾ ਸਕਿਆ। ਅੱਜ ਮੌਸਮ ਅੱਗੇ ਕੱਲ੍ਹ ਨਾਲੋਂ ਕਾਫੀ ਕਲੀਅਰ ਆ ਤੇ ਇਸ ਲਈ ਠੀਕ ਆ ਸੁਣੀ ਜੀ, ਮੌਸਮ ਠੀਕ ਹੋ ਜਾਊਗਾ, ਐਸੀ ਕੋਈ ਗੱਲ ਨਹੀਂ ਕਿ 2 ਦਿਨਾਂ ਵਿੱਚ। ਇਸ ਤੋਂ ਇਲਾਵਾ ਗੱਲ ਕਰੀਏ ਹੈਪੀ ਸੀਡਰਸ ਦੀ, ਉਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਹ ਕਿਹਾ ਕਿ ਜਿਹੜੇ ਹੈਪੀ ਸੀਡਰਸ ਭੇਜੇ ਗਏ ਸੀ ਉਹ ਕਿਤੇ ਨਾ ਕਿਤੇ ਯੂਟਿਲਾਈਜ਼ ਨਹੀਂ ਹੋਏ ਨਹੀਂ, ਕਿਸਾਨਾਂ ਯੂਟੀਲਾਈਜ਼ ਹੋ ਰਹੇ ਨੇ ਹੈਪੀ ਸੀਡਰ। ਇੱਕ 800,000 ਸਾਡੇ ਕੋਲ ਪਿਛਲੇ ਸੀ, 800 ਇਸ ਵਾਰ 1800 ਹੈਪੀ ਸੀਡਰ ਕੁਛ ਹੋਰ ਆ ਰਹੇ ਨੇ, ਉਹ ਯੂਜ਼ ਹੋ ਰਹੇ ਨੇ। ਹੈਪੀ ਸੀਡਰ ਦੀ ਵਰਤੋਂ ਜਿਹੜੀ ਸੁਪਰ ਸੀਡਰ, ਇਸ ਵਾਰ ਹੈਪੀ ਸੀਡਰ ਨਹੀਂ ਸੁਪਰ ਸੀਡਰ ਦੀ ਵਰਤੋਂ ਹੋ ਰਹੀ ਆ। ਹੁਣ ਜਦੋਂ ਕਟਾਈ ਤੋਂ ਬਾਅਦ ਹੀ ਸੁਪਰ ਸੀਡਰ ਦੀ ਵਰਤੋਂ ਹੋਣੀ ਹੈ, ਹਜੇ ਤਾਂ ਕਟਾਈ ਹੋ ਰਹੀ ਆ, ਸਾਡੇ 50% ਕਟਾਈ ਹੋ ਰਹੀ ਆ। ਹੁਣ 2-4 ਦਿਨਾਂ 'ਚ ਬਿਜਾਈ ਦਾ ਜ਼ੋਰ ਫੜ ਜਾਊਗਾ, ਸੁਪਰ ਸੀਡਰ ਕੰਮ ਕਰਨੇ ਸ਼ੁਰੂ ਕਰ ਦੇਣਗੇ। ਕੀ ਲੱਗਦਾ ਹੈ ਜਿਸ ਤਰੀਕੇ ਨਾਲ ਪਰਾਲੀ ਦੇ ਮਾਮਲੇ ਵਧੇ ਨੇ ਤਾਂ ਤੁਸੀਂ ਦੱਸ ਰਹੇ ਹੋ ਕਿ 800 850 ਦੇ ਕੋਈ ਪੈ ਗਏ ਨੇ, ਉਹਨਾਂ ਤੇ ਜਿਹੜੀ ਕਾਰਵਾਈ ਦੀ ਤੁਸੀਂ ਗੱਲ ਕੀਤੀ ਹੈ ਲੁਧਿਆਣੇ ਜ਼ਿਲ੍ਹੇ ਨਾਲ ਕਿੰਨੀ ਕੁ ਸੰਬੰਧਿਤ ਨੇ? ਨਹੀਂ, 850 ਲੁਧਿਆਣੇ ਵਿੱਚ 558 ਜਿਹੜੇ ਆਏ ਲੁਧਿਆਣੇ 'ਚ ਹੀ ਆਏ ਨੇ। ਉਹਨਾਂ ਤੇ ਕਿੰਨੀਆਂ ਤੇ ਰੈਡ ਐਂਟਰੀਆਂ ਲੱਗੀਆਂ ਦੱਸੀ? 57 ਤੇ ਰੈਡ ਐਂਟਰੀਆਂ ਲੱਗੀਆਂ ਨੇ। 1 ਲੱਖ ਕਿੰਨਾ 92,000 ਹੋ ਗਿਆ, 1,92,000 ਰੁਪਇਆ ਜੁਰਮਾਨਾ ਇੰਪੋਜ਼ ਕਰ ਦਿੱਤਾ ਵਾ। ਸਾਰੀਆਂ ਟੀਮਾਂ ਲੱਗੀਆਂ ਹੋਈਆਂ ਪੂਰੇ ਜ਼ੋਰ ਸ਼ੋਰ ਦੇ ਨਾਲ। ਹਾਂਜੀ, ਏਵਨ ਮੀਡੀਆ ਲਈ ਲੁਧਿਆਣਾ ਤੋਂ ਦਿਵਿਆਂਸ਼ੂ ਭੰਡਾਰੀ ਦੀ ਖਾਸ ਰਿਪੋਰਟ।